प्रोग्राम पटियाला दर्पण 'ਚ ਤੁਹਾਡਾ ਸਾਰਿਆਂ ਦਾ ਬਹੁਤ ਸਵਾਗਤ। ਮੈਂ ਹਾਂ ਮਨਪ੍ਰੀਤ ਮਹਿਨਾਜ਼। ਮੁਲਾਕਾਤਾਂ ਦੇ ਇਸ ਸਿਲਸਿਲੇ ਦੇ ਵਿੱਚ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਵਾਉਣੀ ਆ ਇੱਕ ਹਰਫਨ ਮੌਲਾ ਸ਼ਖਸੀਅਤ ਜੀ ਨਾਲ। ਉਹ ਨੇ ਪ੍ਰਵੀਨ ਸੰਧੂ जी। ਉਹ ਲੇਖਕ ਨੇ, ਐਕਟਰ ਨੇ, ਸਮਾਜ ਸੇਵੀ ਨੇ, ਬਹੁਤ ਕੁਝ ਨੇ। ਉਹਨਾਂ ਦੀ ਜ਼ਿੰਦਗੀ ਦੇ ਵੱਖ-ਵੱਖ ਪਹਿਲੂਆਂ ਦੇ ਬਾਰੇ ਜਾਣਾਂਗੇ। जी प्रवीण संधू जी ਤੁਹਾਡਾ बहुत स्वागत करते हैं प्रोग्राम ਦੇ ਵਿੱਚ। ਧੰਨਵਾਦ ਮਨਪ੍ਰੀਤ ਜੀ ਤੁਹਾਡਾ, ਤੁਸੀਂ ਆਪਣੇ ਪ੍ਰੋਗਰਾਮ ਸਾਨੂੰ ਬੁਲਾਇਆ ਅੱਜ। ਮਿਹਰਬਾਨੀ ਤੁਹਾਡੀ ਜੀ। बहुत ਸਾਰੀਆਂ ਗੱਲਾਂ ਤੁਹਾਡੇ ਨਾਲ ਕਰਨੀਆਂ ਨੇ, ਪਰ ਮੈਂ ਇਹ ਜਾਣਨਾ ਚਾਹਾਂਗੀ ਕਿ ਸਭ ਤੋਂ ਪਹਿਲਾਂ ਸਾਨੂੰ ਤੁਸੀਂ ਇਹ ਦੱਸੋ ਕਿ ਪ੍ਰਵੀਨ ਸੰਧੂ ਕੌਣ ਹੈ? ਉਹ ਕਿਹੋ ਜਿਹੀਆਂ ਸਥਿਤੀਆਂ ਸੀ? ਪ੍ਰਵੀਨ ਸੰਧੂ ਦਾ ਮੁੱਢਲਾ ਜੀਵਨ ਕਿਹੋ ਜਿਹਾ ਜਿਹੜਾ ਪ੍ਰਵੀਨ ਸੰਧੂ ਨੂੰ ਬਣਾਉਣ ਦੇ ਵਿੱਚ ਜਿਨ੍ਹਾਂ ਹਾਲਤਾਂ ਨੇ, ਜਿਨ੍ਹਾਂ ਸਥਿਤੀਆਂ ਨੇ ਪੂਰੀਆਂ ਜ਼ਿੰਮੇਵਾਰ ਸਨ? ਮਨਪ੍ਰੀਤ, ਜਿਹੜਾ ਮੇਰਾ ਪਿਛੋਕੜ ਆ, ਮੈਂ ਅੰਮ੍ਰਿਤਸਰ ਤੋਂ ਬਿਲੋਂਗ ਕਰਦਾ ਜੀ, ਤੇ ਪਿੰਡ ਮੇਰਾ ਮੁੱਛੜ ਆ। ਤੇ ਆਮ ਹੀ ਜਦੋਂ ਮੇਰੇ ਫਰੈਂਡ ਸਰਕਲ 'ਚ ਮੈਂ ਨਾਂ ਲੈਂਦਾ ਪਿੰਡ ਦਾ ਕਿ ਮੇਰਾ ਪਿੰਡ ਮੁੱਛੜ ਆ, ਤੇ ਉਹ ਬੜਾ ਹੱਸਦੇ ਕਿ ਇਹ ਕਿੱਦਾਂ ਦਾ ਨਾਮ ਆ ਜੀ। ਤੇ ਇਹ ਜਦੋਂ ਆਪਾਂ ਬਿਆਸ ਤੋਂ ਅੰਮ੍ਰਿਤਸਰ ਨੂੰ ਹਾਈਵੇ ਤੇ ਉੱਤੇ ਹੀ ਆ ਪਿੰਡ ਇਹ, ਤੇ 4000 ਦੀ ਆਬਾਦੀ ਆ। ਮੇਰੀ ਜਿਹੜੀ ਮੁੱਢਲੀ ਪੜ੍ਹਾਈ ਜਿਹੜੀ ਉਸ ਪਿੰਡ ਦੇ ਵਿੱਚ ਹੀ ਹੋਈ ਆ ਜੀ। ਤੇ ਉਸ ਤੋਂ ਬਾਅਦ ਫਿਰ ਕਾਲਜ ਮੈਂ ਸਠਿਆਲਾ ਕਾਲਜ ਤੋਂ ਪੜ੍ਹਾਈ ਕੀਤੀ ਆ। ਤੇ ਨਾਲ ਹੀ ਮੈਂ ਪੜ੍ਹਾਈ ਦੇ ਨਾਲ ਮੈਨੂੰ ਥੀਏਟਰ ਦਾ ਵੀ ਬਹੁਤ ਜ਼ਿਆਦਾ ਸ਼ੌਂਕ ਸੀ ਜੀ। ਤੇ ਮਾਂ-ਬਾਪ ਦਾ ਵੀ ਬੜਾ ਮੈਨੂੰ ਸਪੋਰਟ ਰਹੀ, ਉਹਨਾਂ ਦੀ ਮਾਂ-ਬਾਪ ਦੀ। ਤੇ ਇਸ ਤਰ੍ਹਾਂ ਮੇਰੀ ਸ਼ੁਰੂਆਤ ਇਹ ਥੀਏਟਰ 'ਚ ਹੋਈ ਹੈ ਜੀ। ਤੁਹਾਡੀ ਕਿਤਾਬ ਮੇਰੇ ਕੋਲ ਹੈ, ਮਾਂ ਦਾ ਪੁਨਰ ਜਨਮ ਜੀ। ਤੇ ਇਹ ਲੇਖਕ ਹੋਣਾ ਵਾਕਈ ਬਹੁਤ ਵੱਡੀ ਗੱਲ ਹੈ। ਤੁਹਾਨੂੰ ਮਤਲਬ ਆਪਣੇ ਕਾਲਜ ਦੇ ਸਕੂਲ ਦੇ ਦਿਨਾਂ ਤੋਂ ਪਤਾ ਸੀ ਕਿ ਤੁਸੀਂ ਕੁਝ ਲਿਖਣਾ ਹੈ, ਜਾਂ ਇਹ ਤੁਹਾਨੂੰ ਪ੍ਰੇਰਨਾ ਕਿੱਥੋਂ ਮਿਲੀ ਕਿ ਮੈਂ ਕੁਝ ਲਿਖਣਾ ਹੈ, ਜਾਂ ਲਿਖਣ ਵੱਲ ਝੁਕਾਅ ਕਦੋਂ ਹੋਇਆ ਤੁਹਾਡਾ? ਮਨਪ੍ਰੀਤ, ਅਸਲ ਵਿੱਚ ਮੇਰਾ ਮਤਲਬ ਕਿ ਕਿਤਾਬਾਂ ਪੜ੍ਹਨ ਦੇ ਨਾਲ ਕੋਈ ਬਹੁਤਾ ਕੋਈ ਰੁਚੀ ਨਹੀਂ ਸੀ ਸ਼ੁਰੂ ਤੋਂ ਮੇਰੀ ਹੈਗੀ ਕਿ ਇਹ ਸਾਹਿਤ ਕੀ ਆ। ਮੈਂ ਸਾਹਿਤ ਬਾਰੇ ਕੁਝ ਜਾਣਦਾ ਨਹੀਂ ਸੀ ਅਸਲ ਦੇ ਵਿੱਚ ਜੀ। ਇਹ ਲੋਕਡਾਊਨ ਦੇ ਦਰਮਿਆਨ ਮੇਰੀ ਮਾਤਾ ਜੀ ਬਿਮਾਰ ਹੋ ਜਾਂਦੇ ਆ। ਪਹਿਲਾਂ ਉਹਨਾਂ ਦੀ ਬਾਈਪਾਸ ਸਰਜਰੀ ਹੋਈ ਸੀ, ਤੇ ਲੋਕਡਾਊਨ ਦੇ ਦਰਮਿਆਨ ਉਹਨਾਂ ਦੀ ਜਿਹੜੀ ਬਿਲਕੁਲ ਉਹਨਾਂ ਦਾ ਰੁਕਣਾ ਚਾਲੂ ਹੋ ਗਿਆ, ਤੇ ਅਸੀਂ ਉਹਨਾਂ ਨੂੰ ਹਸਪੀਟਲ ਦੇ ਵਿੱਚ ਐਡਮਿਟ ਕਰਾ ਦਿੱਤਾ ਜੀ। ਜਦੋਂ ਐਡਮਿਟ ਕਰਾਇਆ ਤੇ ਉਹ ਡਾਕਟਰਾਂ ਨੇ ਕਿਹਾ ਵੀ ਨਹੀਂ, ਇਹ ਲਾਸਟ ਸਟੇਜ ਤੇ ਤੁਹਾਡੀ ਮਾਤਾ ਹੈਗੀ, ਤੁਸੀਂ ਇਹਨਾਂ ਨੂੰ ਹੁਣ ਘਰ ਲੈ ਜਾਓ। ਮੈਂ ਮਾਲਕ ਗਾੜੀ, ਜਦੋਂ ਤੁਹਾਨੂੰ ਪਤਾ ਕਿ ਕਿਸੇ ਦੀ ਮਾਂ ਨੂੰ ਇਹ ਗੱਲ ਕਹਿ ਦਿੱਤੀ ਜਾਵੇ ਕਿ ਤੁਹਾਡੀ ਮਾਂ ਜਿਹੜੀ ਹੁਣ 5-7 ਦਿਨ ਦੀ ਪ੍ਰਾਹੁਣੀ ਆ, ਤੁਸੀਂ ਘਰ ਲੈ ਜਾਓ, ਤੇ ਅਸੀਂ ਸਮਝਦੇ ਹਾਂ ਕਿ ਉਹ ਇੱਕ ਪੁੱਤ ਵਾਸਤੇ ਬਹੁਤ ਵੱਡੀ ਗੱਲ ਹੁੰਦੀ ਹੈ। ਹਾਂਜੀ, ਬਿਲਕੁਲ ਜੀ। ਤੇ ਉਸ ਤੋਂ ਬਾਅਦ ਡਾਕਟਰਾਂ ਨੇ ਕਹਿ ਦਿੱਤਾ ਕਿ ਹੁਣ ਅੱਜ ਇਹ ਲਾਸਟ ਆ, ਅੱਜ ਦੀ ਰਾਤ ਹੀ ਕੱਢੂਗੀ ਤੁਹਾਡੀ ਮਾਤਾ, ਹੁਣ ਜ਼ਿਆਦਾ ਦਿਨ ਨਹੀਂ ਕੱਢ ਸਕਦੀ। ਅੱਛਾ। ਤੇ ਉਹ ਪ੍ਰਮਾਤਮਾ ਦਾ ਲਾ ਲਓ ਕ੍ਰਿਸ਼ਮਾ ਹੋਇਆ, ਹਾਂਜੀ, ਜਾਂ ਬਲੈਸਿੰਗ ਸਾਰਿਆਂ ਦੀਆਂ, ਜਾਂ ਘਰ ਵਾਲਿਆਂ ਦੀਆਂ ਬਲੈਸਿੰਗ, ਜਾਂ ਮੈਂ ਮਾਲਕ ਗਾੜੀ ਅਰਦਾਸ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਹੁਣੀ ਤੇ ਸਮਾਂ ਸੀ ਕੁਛ ਮਾਂ ਦੇ ਨਾਲ ਖੁਸ਼ੀਆਂ ਸਾਂਝੀਆਂ ਕਰਨ ਦਾ। ਮਾਂ ਨੇ ਜੋ ਸੁੱਖ ਵੇਖਣਾ ਸੀ ਕਿ ਮੇਰਾ ਪੁੱਤ ਕਿਹੜੇ ਮੁਕਾਮ ਤੇ ਪਹੁੰਚਿਆ, ਤੇ ਇਹ ਮਾਲਕਾ ਤੂੰ ਹੁਣੇ ਲੈ ਚੱਲਿਆ ਮਾਤਾ ਨੂੰ। ਚਲੋ, ਮੈਂ ਨਹੀਂ ਕਹਿੰਦਾ ਵੀ ਰੱਬ ਜਦੋਂ ਦਿਲੋਂ ਗੱਲ ਕਹੀ ਜਾਵੇ ਤੇ ਪ੍ਰਮਾਤਮਾ ਸੁਣਦਾ। ਮੈਂ ਫੀਲ ਕੀਤੀ ਇਹ ਚੀਜ਼ ਨੂੰ ਜੀ। ਤੇ ਉਹ ਮਾਂ ਨੂੰ ਡੇ ਬਾਈ ਡੇ ਮਾਂ ਜਿਹੜੀ ਅਪਰੂਵ ਹੋਣ ਡੈ ਪਈ, ਮਾਂ ਦੀ ਜਿਹੜੀ ਬਿਮਾਰੀ ਸੀ। ਡਾਕਟਰ ਵੀ ਬੜੇ ਅਚੰਭੇ 'ਚ ਆ ਗਏ ਕਿ ਇਹ ਦਿਨ ਬਾਈ ਦਿਨ ਮਾਤਾ ਕਿੱਦਾਂ ਇੰਪਰੂਵਮੈਂਟ ਹੋਣ ਡੈ ਪਈ, ਮਾਤਾ ਦੀ ਤੇ 15% ਹਾਰਟ ਚੱਲ ਰਿਹਾ ਜੀ। ਤੇ ਮਨਪ੍ਰੀਤ, ਮੈਂ ਡਾਕਟਰਾਂ ਨੂੰ ਇਹ ਗੱਲ ਨਹੀਂ ਕਹਿੰਦਾ, ਡਾਕਟਰ ਵੀ ਇੱਕ ਰੱਬ ਦਾ ਦੂਜਾ ਰੂਪ ਹੁੰਦੇ ਆ। ਹਾਂਜੀ। ਪਰ ਜਦੋਂ ਸਥਿਤੀ ਉੱਥੇ ਐਂਡ ਤੇ ਆ ਜਾਂਦੀ ਆ ਨਾ, ਉਦੋਂ ਫਿਰ ਡਾਕਟਰ ਵੀ ਫੇਲ ਹੋ ਜਾਂਦੇ ਆ। ਜਿਹਨੂੰ ਉਹਨੇ ਜੀਵਨ ਦੇਣਾ ਜਾਂ ਜੀਵਨ ਦਾਨ ਬਖਸ਼ਣਾ ਨਾ, ਉਹ ਬਖਸ਼ ਦਿੰਦਾ ਵਾ। ਤੇ ਮਾਤਾ ਠੀਕ ਹੋ ਗਈ ਜੀ। ਸਟੋਰੀ ਬੜੀ ਲੰਮੀ ਆ। ਨਹੀਂ, ਮਾਤਾ ਠੀਕ ਹੋ ਗਈ। ਜਦੋਂ ਠੀਕ ਹੋ ਕੇ ਮਾਤਾ ਘਰ ਆਏ, ਤੇ ਮੇਰੇ ਬੜੇ ਅੱਛੇ ਮਿੱਤਰ ਆ 22 ਸਾਲ ਤੋਂ, ਬਲਕਾਰ ਸਿੰਘ ਸਿੱਧੂ ਜੀ, ਮੇਰੇ ਮਿੱਤਰ ਵੀ ਆ, ਮੇਰੇ ਵੱਡੇ ਭਰਾ ਵੀ ਆ ਉਹ ਜੀ। ਤੇ ਉਹਨਾਂ ਨੇ ਮੈਨੂੰ ਕਿਹਾ ਕਿ ਅੱਜ ਕੱਲ੍ਹ ਯਾਰ ਲੋਕਡਾਊਨ ਦੇ ਵਿੱਚ ਕੀ ਕਰ ਰਿਹਾ? ਤੇ ਮੈਂ ਕਿਹਾ ਲੋਕਡਾਊਨ 'ਚ ਭਾਜੀ ਮੈਂ ਕੁਛ ਨਹੀਂ ਕਰ ਰਿਹਾ, ਮਾਤਾ ਦਾ ਇਸ ਤਰ੍ਹਾਂ ਹਸਪੀਟਲ ਤੋਂ 2-2.5 ਮਹੀਨੇ ਰਹਿ ਕੇ ਆਈ ਆ। ਆਂਦੇ ਯਾਰ ਤੂੰ ਕੁਛ ਲਿਖਦਾ ਕਿਉਂ ਨਹੀਂ? ਉਹ ਵੀ ਕੋਈ ਕਿਤਾਬ ਲਿਖ ਰਹੇ ਸੀ ਜੀ। ਮੈਂ ਕਿਹਾ ਭਾਜੀ ਇਹ ਲਿਖਣਾ ਸਾਡਾ ਬਸ ਵਾਲੀ ਗੱਲ ਨਹੀਂ, ਆਪਾਂ ਜਿਹੜੇ ਥੀਏਟਰ ਵਾਲੇ ਉਹ ਰਾਈਟਰ ਕਿੱਥੋਂ ਬਣ ਜਾਣੇ ਆ ਜੀ। ਨਹੀਂ, ਆਂਦੇ ਯਾਰ ਕੁਛ ਟਰਾਈ ਕਰ। ਮੈਂ ਕਿਹਾ ਮੈਂ ਕੀ ਟਰਾਈ ਕਰਾਂ ਵੀਰ ਜੀ? ਆਂਦੇ ਯਾਰ ਕੁਛ ਮਾਂ ਬਾਰੇ ਲਿਖ ਦੇ। ਮੈਂ ਕਿਹਾ ਭਾਜੀ ਮਾਂ ਬਾਰੇ ਕੀ ਲਿਖਾਂ? ਆਂਦੇ ਹਸਪਤਾਲ ਦੇ ਵਿੱਚ ਯਾਰ ਬੜੀਆਂ ਯਾਦਾਂ ਜੁੜੀਆਂ ਹੋਣੀਆਂ ਮਾਂ ਦੀਆਂ, ਕੋਈ ਮਾਂ ਬਾਰੇ ਕੁਛ ਨਾ ਕੁਛ ਕਿਤਾਬ 'ਚ ਲਿਖਣਾ ਚਾਲੂ ਕਰ। ਮਨਪ੍ਰੀਤ, ਤੁਸੀਂ ਯਕੀਨ ਕਰਿਓ ਕਿ ਮੈਂ ਭਾਜੀ ਕੋ ਕੁਛ ਕਿਤਾਬਾਂ ਲਈਆਂ 3-4 ਜੀ।
ਤੋ 3-4 ਕਿਤਾਬਾਂ ਮੈਂ 2-3 ਦਿਨਾਂ ਦੇ ਵਿੱਚ ਪੜ੍ਹ ਦਿੱਤੀਆਂ ਸਾਰੀਆਂ ਵੀ ਲਿਖਦੇ ਕਿੱਦਾਂ ਵਾ, ਕੀ ਇਹਦੇ ਵਿੱਚ ਸ਼ੁਰੂਆਤ ਕਿੱਥੋਂ ਕਰਨੀ ਆ, ਸਮਾਪਤ ਕਿੱਥੋਂ ਕਰਨਾ ਵਾ। ਮੈਨੂੰ ਕੋਈ ਵੀ ਦੂਰ ਦੂਰ ਤੱਕ ਕੋਈ ਵੀ ਲਿਖਣਾ ਨਹੀਂ ਸੀ ਆਉਂਦਾ। ਅੱਛਾ। ਮੈਨੂੰ ਉਹ ਕਿਤਾਬਾਂ ਮੈਂ ਵਾਪਸ ਕਰਕੇ ਮੈਂ ਦੂਸਰੀਆਂ ਕਿਤਾਬਾਂ ਫਿਰ ਲੈ ਲਈਆਂ। ਮੈਂ ਮਹੀਨੇ ਕੁ ਦੇ ਵਿੱਚ, ਕਹਿਣ ਦਾ ਭਾਵ ਕਿ 15 ਕਿਤਾਬਾਂ ਮੈਂ ਪੜ੍ਹ ਲਈਆਂ। ਫਿਰ ਮੈਂ ਸ਼ੁਰੂਆਤ ਕੀਤੀ ਇਹ ਕਿਤਾਬ ਲਿਖਣ ਦੀ, ਮਾਂ ਦੀ। ਜੀ। ਤੇ ਇਹ ਜਦੋਂ ਲਿਖਣ ਦੇ ਦੌਰਾਨ ਜ਼ਰੂਰੀ ਤੌਰ ਤੇ ਬਹੁਤ ਸਾਰਾ ਸਮਾਂ ਲੱਗਿਆ ਹੋਣਾ ਹੈ, ਉਦੋਂ ਤੁਹਾਡਾ ਕਿਸ ਤਰ੍ਹਾਂ ਦਾ ਤਜਰਬਾ ਰਿਹਾ? ਅੱਜ ਮੈਂ ਨਾ ਅਮਰਤਾ ਪ੍ਰੀਤਮ ਦੀ ਇੱਕ ਬਹੁਤ ਸੋਹਣੀ ਕਵਿਤਾ ਪੜ੍ਹ ਰਹੀ ਸੀ ਤੇ ਉਹ ਕਹਿੰਦੀ ਵੀ ਜਦੋਂ ਪੁਰਾਣੇ ਵਰਿਆਂ ਨੂੰ ਯਾਦ ਕਰਦੇ ਆ ਤਾਂ ਹੱਡ ਬਾਲ ਕੇ ਹੰਗਾਲਣ ਦੇ ਵਾਂਗੂ ਹੁੰਦਾ ਕਿ ਤੁਹਾਨੂੰ ਹੱਡ ਬਾਲਣੇ ਪੈਂਦੇ ਨੇ। ਤਾਂ ਜਦੋਂ ਤੁਸੀਂ, ਮੈਂ ਕਿਤਾਬ ਦੇਖ ਰਹੀ ਸੀ ਕਿ ਆਪਣੀ ਮਦਰ ਦੀ ਪੂਰੀ ਉਹਦੀ ਬਾਇਓਗ੍ਰਾਫੀ ਦਿੱਤੀ ਹੈ, ਤੇ ਉਹ ਕਿਸ ਤਰ੍ਹਾਂ ਦਾ ਤਜਰਬਾ ਸੀਗਾ ਕਿ ਤੁਸੀਂ ਆਪਣੀ ਮਾਂ ਦੇ ਨਾਲ ਬਚਪਨ ਦੇ ਅਨੁਭਵ ਵੀ ਯਾਦ ਕਰਦੇ ਹੋ, ਉਹਦੀ ਬਿਮਾਰੀ ਵੀ ਯਾਦ ਕਰਦੇ ਹੋ? ਉਹ ਤਜਰਬਾ ਸਾਡੇ ਨਾਲ ਸਾਂਝਾ ਕਰੋ ਕਿ ਉਹ ਤੁਸੀਂ ਕਿਸ ਤਰ੍ਹਾਂ ਦਾ ਮਹਿਸੂਸ ਕੀਤਾ ਉਸ ਦੌਰਾਨ। ਮੇਰਾ ਤਜਰਬਾ ਮਨਪ੍ਰੀਤ ਜੀ ਹੈ ਕਿ ਜਦੋਂ ਆਪਾਂ ਕਿਸੇ ਵੀ ਚੀਜ਼ ਦੀ ਰਿਐਲਿਟੀ ਲਿਖਣੀ ਹੋਵੇ ਨਾ, ਤੇ ਉਹਦੇ ਬਾਰੇ ਬਾਹਲਾ ਤੁਹਾਨੂੰ ਤਜਰਬੇ ਦੀ ਲੋੜ ਨਹੀਂ, ਜੋ ਮੇਰੀ ਸੋਚ ਆ, ਸੋਚਣ ਦੀ ਲੋੜ ਨਹੀਂ ਆ। ਤੁਸੀਂ ਜੋ ਵੀ ਤੁਹਾਡੇ ਜੀਵਨ ਵਿੱਚ ਬੀਤਿਆ, ਜਦੋਂ ਤੁਸੀਂ ਉਹਨੂੰ ਕਲਮ ਦੇ ਉੱਤੇ ਲਿਖਣਾ ਚਾਹੁੰਦੇ ਜੇ, ਤੇ ਫਿਰ ਤੁਹਾਨੂੰ ਕੁਝ ਜ਼ਿਆਦਾ ਮੁਸ਼ਕਲਾਂ ਨਹੀਂ ਆਉਂਦੀਆਂ, ਜੋ ਮੇਰਾ ਅਨੁਭਵ ਆ ਕਿ ਮੈਨੂੰ ਕੋਈ ਮੁਸ਼ਕਲ ਨਹੀਂ ਆਈ। ਤੇ ਜਦੋਂ ਮੈਂ ਆਪਣੀ ਮਾਤਾ ਨੂੰ ਪੁੱਛਣਾ ਕਿ ਮਾਤਾ ਤੂੰ ਮੈਨੂੰ ਆਪਣੇ ਵਿਆਹ ਦੀ ਕੋਈ ਗੱਲ ਸੁਣਾ, ਅੱਛਾ, ਤੇ ਮਾਤਾ ਨੇ ਕਹਿਣਾ ਹੁਣ ਤੂੰ ਇਸ ਉਮਰੇ ਮੈਨੂੰ ਮਸ਼ਕਰੀਆਂ ਕਰਦਾ। ਤੇ ਮੈਂ ਮਾਂ ਨੂੰ ਕਿਹਾ, ਮੈਂ ਮਾਂ ਮੈਂ ਤੇਰੇ ਉੱਤੇ ਕਿਤਾਬ ਲਿਖਣੀ। ਜਾ ਵੇ ਚੰਦਰਿਆ, ਇਹ ਹੁਣ ਮੇਰੀ ਉਮਰ ਕੋ ਕਿਤਾਬਾਂ ਲਿਖਣੀਆਂ ਮੇਰੇ ਤੇ ਤੂੰ। ਤੇ ਉਹ ਮਾਂ ਨੂੰ ਨਹੀਂ ਸੀ ਪਤਾ ਹੈਗਾ ਕਿ ਜਿਹੜੀ ਕਿਤਾਬ ਮੇਰਾ ਪੁੱਤ ਮੇਰੇ ਤੇ ਲਿਖ ਰਿਹਾ ਜੀ। ਤੇ ਮੈਂ ਉਹ ਜਿੱਦਾਂ ਵਿੱਚ 10 ਇਹਦੇ ਵਿੱਚ ਮੈਂ ਸਟੋਰੀਆਂ ਦਿੱਤੀਆਂ, ਜਿੱਦਾਂ ਮਾਂ ਦੀ ਸਾਕੇਦਾਰੀ ਦਿੱਤੀ, ਮਾਂ ਦਾ ਵਿਆਹ ਦਿੱਤਾ ਵਾ, ਮਾਂ ਕਿਸ ਤਰ੍ਹਾਂ ਮਿਲਦੀ ਵਰਤਦੀ ਸੀ। ਫਿਰ ਮੈਂ ਆਪਣੇ ਬਾਪੂ ਨਾਲ ਜਦੋਂ ਬਹਿਣਾ ਤੇ ਬਾਪੂ ਨੂੰ ਪੁੱਛਣਾ, ਬਾਪੂ ਹੁਣ ਮਾਤਾ ਦੇ ਕੁਝ ਦੱਸਦੀ ਨਹੀਂ, ਮੈਨੂੰ ਤੂੰ ਦੱਸ ਦੇ ਮਾਤਾ ਦਾ ਵਿਆਹ ਕਿੱਦਾਂ ਹੋਇਆ ਸੀ, ਤੁਸੀਂ ਵਿਆਹਣ ਕਾਹਤੇ ਗਏ ਸੀ, ਮਾਤਾ ਦੇ ਸ਼ੌਂਕ ਕੀ ਸੀ, ਕਿਉਂਕਿ ਮੇਰੇ ਫਾਦਰ ਸਾਹਿਬ ਫੌਜੀ ਸੀ। ਇੱਕ ਜਿਹੜੀ ਫੌਜਨ ਦੀ ਜ਼ਿੰਦਗੀ ਜਿਹੜੀ ਕਿੱਦਾਂ ਦੀ ਹੁੰਦੀ ਆ। 24 ਸਾਲ ਮਨਪ੍ਰੀਤ ਮੇਰੇ ਫਾਦਰ ਸਾਹਿਬ ਫੌਜ 'ਚ ਰਹੇ, ਤੇ 24 ਸਾਲ ਮੇਰੀ ਮਾਤਾ ਨੇ ਉਹ ਜਿਹੜਾ ਜੀਵਨ ਆ, ਜਿਹੜਾ ਇੱਕ ਫੌਜਣ ਨੂੰ ਜੀਣਾ ਚਾਹੀਦਾ, ਇੱਕ ਦਲੇਰ ਜੀਵਨ ਉਹਨਾਂ ਨੇ ਜੀਆ। ਜੀ ਬਿਲਕੁਲ। ਤੇ ਕਿਤਾਬ ਜਿਹੜੀ ਮਾਤਾ ਦੀ ਜਿਹੜੀ ਮੈਂ ਬਾਇਓਗ੍ਰਾਫੀ ਲਿਖੀ ਆ, ਉਹਦੇ ਵਿੱਚ ਸਾਰੇ ਉਹਨਾਂ ਦੇ ਜੀਵਨ ਬਾਰੇ ਦੱਸਿਆ। ਤੇ ਇਹ ਮਨਪ੍ਰੀਤ ਥੋੜ੍ਹੀ ਜਿਹੀ ਮੈਂ ਕੋਸ਼ਿਸ਼ ਕੀਤੀ ਆ ਕਿ ਮਾਵਾਂ ਜਿਹੜੀਆਂ ਨਾ ਉਹ ਨਹੀਂ ਲੱਭਦੀਆਂ ਮਨਪ੍ਰੀਤ, ਇਹ ਸਾਰਿਆਂ ਦਾ ਅਨੁਭਵ ਹੋਊਗਾ। ਉਹ ਜਿਸ ਤਰ੍ਹਾਂ ਆਂਦੇ ਹੁੰਦੇ ਨਾ ਵੀ ਛੋਟੇ ਹੁੰਦੇ ਆਂਦੇ ਸੀ ਮਾਂ ਮੇਰੀ ਆ, ਮਾਂ ਮੇਰੀ ਆ, ਤੇ ਵੱਡੇ ਹੋ ਕੇ ਕਹਿਣ ਲੱਗੇ ਮਾਂ ਤੇਰੀ ਆ, ਮਾਂ ਤੇਰੀ ਆ। ਤੇ ਮੈਂ ਚਾਹੁੰਦਾ ਸੀ ਕਿ ਨਹੀਂ, ਇਸ ਤਰ੍ਹਾਂ ਦਾ ਕੋਈ ਮੈਂ ਪਲ ਨਹੀਂ ਚਾਹੁੰਦਾ। ਇਹ ਜਿਹੜੀ ਮੇਰੀ ਮਾਂ ਵਾ ਕਿ ਪ੍ਰਮਾਤਮਾ ਸੱਚੇ ਪਾਤਸ਼ਾਹ ਇਹ ਹੁਣ ਦਿਨ ਉਹਦੇ ਜਿਹੜੇ ਖੁਸ਼ੀਆਂ ਵੇਖਣ ਦੇ ਹੈਗੇ ਆ, ਇਹਨਾਂ ਨੂੰ ਖੁਸ਼ੀਆਂ ਜ਼ਰੂਰ ਵਿਖਾ ਕਿ ਉਹਦਾ ਪੁੱਤ ਕਿਹੜੇ ਮਕਾਮ ਦੇ ਉੱਤੇ ਆ, ਤੇ ਉਹ ਪ੍ਰਮਾਤਮਾ ਨੇ ਉਹ ਵਿਖਾਇਆ ਵੀ। ਜੀ ਪ੍ਰਵੀਨ ਸੰਧੂ ਜੀ, ਜਦੋਂ ਹੀ ਮੈਂ ਤੁਹਾਡੀ ਕਿਤਾਬ ਦਾ ਸਿਰਲੇਖ ਪੜ੍ਹਿਆ ਮਾਂ ਦਾ ਪੁਨਰ ਜਨਮ, ਤੇ ਮੈਨੂੰ ਇਹ ਗੱਲ ਲੱਗੀ ਤੁਸੀਂ ਆਪਣੀ ਮਾਂ ਦੇ ਬਾਰੇ ਲਿਖਿਆ, ਤਾਂ ਮੈਨੂੰ ਜਿਹੜੀ ਬਹੁਤ ਹੀ ਚੰਗੀ ਗੱਲ ਲੱਗੀ, ਬਹੁਤ ਖੁਸ਼ੀ ਦੀ ਗੱਲ ਲੱਗੀ ਕਿ ਮੈਂ ਸਾਹਿਤ ਦੀ ਵਿਦਿਆਰਥੀ ਹਾਂ ਤੇ ਬਹੁਤ ਸਾਰੀਆਂ ਸਵੈ ਜੀਵਨੀਆਂ ਪੜ੍ਹੀਆਂ ਨੇ। ਉਹਦੇ ਵਿੱਚ ਇੱਕ ਇਹ ਗੱਲ ਹੁੰਦੀ ਆ ਕਿ ਅਸੀਂ ਸੋਚਦੇ ਹਾਂ ਕਿ ਕੋਈ ਬੰਦਾ ਬਹੁਤ ਮਹਾਨ ਹੈ, ਕੋਈ ਬਹੁਤ ਵੱਡਾ ਬੰਦਾ ਹੈ ਜਿਸਨੇ ਬਹੁਤ ਸਾਰਾ ਨਾਮ ਕਮਾਇਆ, ਤੇ ਉਹਨਾਂ ਦੀ ਹੀ ਬਾਇਓਗ੍ਰਾਫੀਜ਼ ਹੋ ਸਕਦੀਆਂ ਨੇ। ਜਿਹੜੀਆਂ ਸਾਡੀਆਂ ਮਾਵਾਂ ਬਹੁਤ ਹੀ ਸਧਾਰਨ ਜ਼ਿੰਦਗੀ ਜਿਉਂਦੀਆਂ ਨੇ, ਘਰ ਦੇ ਕੰਮ ਕਰਦੀਆਂ ਨੇ, ਸ਼ਾਇਦ ਉਹਨਾਂ ਦੇ ਬਾਰੇ ਨਹੀਂ ਲਿਖਿਆ ਜਾ ਸਕਦਾ। ਇਸ ਕਰਕੇ ਤੁਸੀਂ ਵਧਾਈ ਦੇ ਪਾਤਰ ਹੋ ਕਿ ਤੁਸੀਂ ਇੱਕ ਇਸ ਤਰ੍ਹਾਂ ਦੀ ਜ਼ਿੰਦਗੀ ਨੂੰ ਸਾਰੇ ਲੋਕਾਂ ਦੇ ਸਾਹਮਣੇ ਲੈ ਕੇ ਆਂਦਾ। ਤੇ ਇਹ ਵਿਸ਼ਾ ਵੀ ਕੁਛ ਇਸ ਤਰ੍ਹਾਂ ਦਾ ਹੈ ਕਿ ਸਾਨੂੰ ਪਿਆਰ ਮੁਹੱਬਤ ਤੇ ਜਾਂ ਹੋਰ ਬਹੁਤ ਸਾਰੇ ਵਿਸ਼ੇ ਨੇ ਜਿਨ੍ਹਾਂ ਉੱਤੇ ਲਿਖਿਆ ਆਮ ਤੌਰ ਤੇ ਮਿਲ ਜਾਂਦਾ, ਪਰ ਮਾਂ ਦੀ ਜ਼ਿੰਦਗੀ ਨੂੰ ਫਰੋਲਣ ਦਾ ਜਿਹੜਾ ਹੌਸਲਾ ਹੈ ਇਹ ਕਰਨਾ ਮੁਸ਼ਕਿਲ ਹੈ, ਤੇ ਤੁਸੀਂ ਕੀਤਾ, ਇਸ ਲਈ ਤੁਹਾਨੂੰ ਬਹੁਤ ਬਹੁਤ ਮੁਬਾਰਕ। ਧੰਨਵਾਦ ਜੀ। ਤੁਸੀਂ ਬਿਲਕੁਲ ਸਹੀ ਕਿਹਾ ਕਿ ਆਪਾਂ ਜਿਹੜੀਆਂ ਬਾਇਓਗ੍ਰਾਫੀਆਂ ਲਿਖਦੇ ਹਾਂ ਉਹ ਸੈਲੀਬ੍ਰਿਟੀਆਂ ਦੇ ਲਿਖਦੇ ਜੀ। ਤੇ ਜਦੋਂ ਮੈਂ ਸ਼ੁਰੂਆਤ ਕੀਤੀ ਸੀ ਤੇ ਮੈਂ ਆਪਣੇ ਮਨ ਦੇ ਵਿੱਚ ਇਹ ਲਿਖਿਆ ਸੀ ਕਿ ਮੇਰੀ ਮਾਂ ਸਾਰਿਆਂ ਨਾਲੋਂ ਵਰਲਡ ਦੇ ਵਿੱਚ ਸੈਲੀਬ੍ਰਿਟੀ ਆ। ਬਹੁਤ ਖੂਬ। ਤੇ ਮੈਂ ਆਪਣੀ ਮਾਂ ਤੇ ਜ਼ਰੂਰ ਕੁਝ ਲਿਖਾਂਗਾ ਕਿ ਲੋਕਾਂ ਨੂੰ ਇੱਕ ਮੈਸੇਜ ਵੀ ਦੇਵਾਂਗਾ ਕਿ ਕੋਈ ਸੈਲੀਬ੍ਰਿਟੀਆਂ ਦੇ ਉੱਤੇ ਸਟੋਰੀਆਂ ਨਹੀਂ ਲਿਖੀਆਂ ਜਾਂਦੀਆਂ। ਅਸੀਂ ਆਪਣੀ ਹਰ ਇੱਕ ਜਾਣੇ ਆਪਣੀ ਮਾਂ ਦੇ ਬਾਰੇ ਕੁਛ ਨਾ ਕੁਛ, ਕਿਉਂਕਿ ਜੀਵਨ ਦੇ ਵਿੱਚ ਮਨਪ੍ਰੀਤ ਜੀ ਬੜੀਆਂ ਘਟਨਾਵਾਂ ਹੁੰਦੀਆਂ ਸਾਡੇ, ਜੇ ਫਿਲਮਾਂ ਵੀ ਬਣਦੀਆਂ। ਜਿੱਦਾਂ ਮੈਂ ਜ਼ਿਕਰ ਕਰੂੰਗਾ ਵੀ ਜਸਵਿੰਦਰ ਭੱਲਾ ਜੀ ਮੇਰੇ ਬਹੁਤ ਅਜੀਜ਼ ਮਿੱਤਰ ਨੇ, ਬਾਲਮਕੰਦ ਸ਼ਰਮਾ ਜੀ ਵੀ ਮੇਰੇ ਮਿੱਤਰ ਨੇ। ਤੇ ਜਦੋਂ ਉਹ ਕੋਈ ਵੀ ਜਾਂ ਫਿਲਮ ਨੂੰ ਕਰਦੇ ਆ ਜਾਂ ਕੋਈ ਨਾ ਕੋਈ, ਅੱਜ ਕੱਲ੍ਹ ਇੰਸਟਾਗ੍ਰਾਮ ਤੇ ਬੜੇ ਛਾਏ ਪਏ ਆ, ਤੇ ਉਹ ਸਾਡੀਆਂ ਘਰੇਲੂ ਸਟੋਰੀਆਂ ਹੀ ਆ ਜੋ ਅਸੀਂ ਰੋਜ਼ਮਰਾ ਜ਼ਿੰਦਗੀ ਵਿੱਚ ਕਰਦੇ ਹਾਂ।
ਉਹ ਘਰੇਲੂ ਸਟੋਰੀਆਂ ਤੇ ਲੋਕ ਲਾਈਕ ਕਰਦੇ ਆ। ਹਾਂਜੀ, ਉਹ True ਦਿਲ ਨੂੰ ਨੂੰ like ਕਰਦੇ ਛੂੰਹਦੀਆਂ ਨੇ ਉਹਨਾਂ ਦੇ। ਉਹ ਕੁਝ ਹੁੰਦੀਆਂ ਨੇ ਉਹਨਾਂ ਦੀਆਂ। ਹਾਂਜੀ। ਇਸ ਕਰਕੇ ਆਪਾਂ ਨੂੰ ਇਹ ਜਿਹੜੀ ਕੋਸ਼ਿਸ਼ ਕੀਤੀ ਉਹ ਕਾਮਯਾਬ ਹੋਈ, ਸਰੋਤਿਆਂ ਨੇ ਬਹੁਤ ਪਸੰਦ ਕੀਤੀ, ਮੈਂ ਉਹਨਾਂ ਦਾ ਸ਼ੁਕਰਗੁਜ਼ਾਰ ਹਾਂ ਜੀ। ਇਹ ਜਿਹੜੀ ਕਿਤਾਬ ਆ ਮਨਪ੍ਰੀਤ ਜੀ, ਇਹ ਸਾਰਿਆਂ ਨਾਲੋਂ ਵੱਧ ਵਿਕਣ ਵਾਲੀ ਪਿਛਲੇ ਸਾਲ ਦੀ ਕਿਤਾਬ ਰਹੀ ਜੀ, ਬਹੁਤ ਖੂਬ ਜੀ ਜੀ। ਜੀ। ਤੇ ਇਸ ਵਿਸ਼ੇ ਤੇ ਲਿਖਣ ਬਾਰੇ ਜਾਂ ਇਸ ਦੇ ਬਾਰੇ ਤੁਹਾਨੂੰ ਪਾਠਕਾਂ ਦੇ ਕਿਸ ਤਰ੍ਹਾਂ ਦਾ ਉਹਨਾਂ ਦਾ ਪ੍ਰਤੀਕਿਰਿਆ ਮਿਲੀ ਕਿ ਉਹਨਾਂ ਦੇ ਕਿਹੋ ਜਿਹੇ ਰਿਸਪੌਂਸਿਸ ਸੀ? ਮਨਪ੍ਰੀਤ ਜੀ, ਬਹੁਤ ਵਧੀਆ ਰਿਸਪੌਂਸ ਆਇਆ ਜੀ। ਤੁਸੀਂ ਯਕੀਨ ਕਰਿਓ ਕਿ ਇੱਕ ਦਿਨ ਮੈਨੂੰ ਨਵੇਂ ਸ਼ਹਿਰ ਤੋਂ ਤਹਿਸੀਲਦਾਰ ਦਾ ਫੋਨ ਆਇਆ ਜੀ। ਮੈਨੂੰ ਉਹਦੇ ਚ ਪ੍ਰਵੀਨ ਸੰਧੂ ਬੋਲਦੇ ਆ, ਉਹ ਮੇਰਾ ਵਿਊ ਅਜੀਤ ਅਖਬਾਰ ਚ, ਟ੍ਰਿਬਿਊਨ ਚ, ਸਪੋਕਸਮੈਨ ਚ ਕਾਫੀ ਲੱਗੇ ਰਹੇ, ਉਹਨਾਂ ਦਾ ਧੰਨਵਾਦ ਕਰਦਾ ਮੈਂ ਸਾਰੇ ਨਿਊਜ਼ ਅਖਬਾਰਾਂ ਵਾਲਿਆਂ ਦਾ। ਜੀ। ਉਹਨੇ ਕਿਤੇ ਪੜਿਆ, ਮੈਨੂੰ ਆਂਦਾ ਯਾਰ ਮੈਂ ਤੈਨੂੰ ਮਿਲਣਾ ਚਾਹੁੰਦਾ, ਮੈਂ ਤਹਿਸੀਲਦਾਰ ਆ ਨਵੇਂ ਸ਼ਹਿਰ ਦਾ। ਜੀ। ਮੈਂ ਕਿਹਾ ਜੀ ਮੈਂ ਕੋਈ ਗਲਤ ਕੰਮ ਕਰਤਾ ਜੀ, ਤੁਸੀਂ ਮੈਨੂੰ ਕੀ ਗੱਲ? ਆਂਦਾ ਨਹੀਂ ਯਾਰ, ਤੇਰੇ ਕਿਤਾਬ ਦੇ ਸਿਲਸਿਲੇ ਦੇ ਵਿੱਚ। ਯਾਰ ਮੈਂ ਕਿਤਾਬ ਤੇਰੀ ਪੜ੍ਹੀ ਤੇ ਮੈਂ ਇੱਕ ਸਾਰ ਕਿਤਾਬ ਪੜ੍ਹੀ ਏ ਤੇਰੀ 80 ਪੇਜਾਂ ਵਾਲੀ, ਤੇ ਉਹਨਾਂ ਚਿਕਰ ਮੈਂ ਰੋਟੀ ਨਹੀਂ ਖਾਧੀ ਵੀ ਇਹ ਸਟੋਰੀ ਮੈਂ ਪੂਰੀ ਸਟੋਰੀ ਯਾਰ ਬਹੁਤ ਵਧੀਆ ਲੱਗੀ। ਇਹ ਸਾਰੇ ਘਰਾਂ ਦੇ ਵਿੱਚ ਇਸ ਤਰ੍ਹਾਂ ਹੀ ਲਗਭਗ ਹੁੰਦੀ ਆ। ਜੀ। ਤੇ ਆਂਦਾ ਮੈਂ ਤੈਨੂੰ ਮਿਲਣਾ ਚਾਹੁੰਦਾ। ਯਕੀਨ ਕਰਿਓ ਉਹ ਮੈਨੂੰ ਚੰਡੀਗੜ੍ਹ ਮਿਲਣ ਆਈ, ਅਸੀਂ ਲੰਚ ਟੂਗੈਦਰ ਕੀਤਾ। ਉਸ ਬੰਦੇ ਨੇ ਮੈਨੂੰ ਬਹੁਤ ਹੌਸਲਾ ਵਜਾਈ ਦਿੱਤੀ ਕਿ ਤੂੰ ਬਹੁਤ ਵਧੀਆ ਉਪਰਾਲਾ ਕੀਤਾ ਤੇ ਯਾਰ ਮੈਂ ਵੀ ਕੁਛ ਨਾ ਕੁਛ ਆਪਣੀ ਮਾਂ ਬਾਰੇ ਲਿਖਣਾ ਚਾਹੁੰਦਾ ਤੇ ਮੈਨੂੰ ਕੁਛ ਨਾ ਕੁਛ ਤੁਸੀਂ ਟਿਪਸ ਦਿਓ ਵੀ ਮੈਂ ਕਿੱਦਾਂ ਸ਼ੁਰੂਆਤ ਕਰਾਂ। ਬਹੁਤ ਖੂਬ, ਬਹੁਤ ਖੂਬ। ਤੁਸੀਂ ਹੁਣੀ ਗੱਲ ਕੀਤੀ ਕਿ ਬਹੁਤ ਸਾਰੀਆਂ ਜਿਹੜੀਆਂ ਫਿਲਮਾਂ ਨੇ ਜਾਂ ਸ਼ਾਰਟ ਮੂਵੀਜ਼ ਨੇ ਅਲੱਗ-ਅਲੱਗ ਵਿਸ਼ਿਆਂ 'ਤੇ ਬਣਦੀਆਂ ਨੇ। ਤੁਹਾਡੇ ਬਾਰੇ ਜਦੋਂ ਮੈਂ ਦੇਖ ਰਹੀ ਸੀ, ਪੜ੍ਹ ਰਹੀ ਸੀ, ਸੁਣ ਰਹੀ ਸੀ ਤਾਂ ਮੈਨੂੰ ਇਹ ਵੀ ਇੱਕ ਮੇਰੇ ਧਿਆਨ ਦੇ ਵਿੱਚ ਆਇਆ ਕਿ ਤੁਸੀਂ ਇੱਕ ਫਿਲਮ ਬਣਾਈ ਹੈ ਨਸ਼ਿਆਂ ਦੇ ਬਾਰੇ। ਉਹਦੇ ਬਾਰੇ ਅਸੀਂ ਜਾਣਨਾ ਚਾਹਾਂਗੇ ਕਿ ਉਹ ਕਿਸ ਤਰ੍ਹਾਂ ਦੀ ਮੂਵੀ ਹੈ, ਤੇ ਬਲਕਿ ਇਹ ਵੀ ਪਤਾ ਲੱਗਿਆ ਕਿ ਤੁਸੀਂ ਉਹਦੇ ਵਿੱਚ ਰੋਲ ਵੀ ਖੁਦ ਕੀਤਾ। ਉਹਦੇ ਬਾਰੇ ਸਾਨੂੰ ਜਾਣਕਾਰੀ ਦਿਓ। ਮਨਪ੍ਰੀਤ, ਜਿਸ ਤਰ੍ਹਾਂ ਆਪਾਂ ਸਾਰੇ ਜਾਣਦੇ ਹਾਂ ਕਿ ਪੰਜਾਬ ਦੇ ਵਿੱਚ ਥੋੜਾ ਜਿਹਾ ਜਿਸ ਤਰ੍ਹਾਂ ਨਸ਼ੇ ਦਾ ਬੋਲਬਾਲਾ ਜਿਹਾ ਵੱਧਦਾ ਦਿਨ ਬ ਦਿਨ ਜਾ ਰਿਹਾ ਜੀ, ਤੇ ਮੈਂ ਹੁਣ ਘਰ ਘਰ ਜਾ ਕੇ ਤੇ ਆਪਾਂ ਇਹ ਸੰਦੇਸ਼ ਨਹੀਂ ਦੇ ਸਕਦੇ। ਮੈਂ ਆਸਟ੍ਰੇਲੀਆ ਸੀ, ਥੋੜਾ ਮੇਰੇ ਕੋਲ ਫ੍ਰੀ ਟਾਈਮ ਸੀ ਤੇ ਮੈਂ 2 ਸਟੋਰੀਆਂ ਲਿਖੀਆਂ ਨਸ਼ੇ ਦੇ ਉੱਤੇ। ਅੱਛਾ। ਤੇ ਮੈਂ ਫਿਰ ਜਦੋਂ ਇੰਡੀਆ ਵਾਪਸ ਆਇਆ ਤੇ ਮੈਂ ਕੋਸ਼ਿਸ਼ ਕੀਤੀ ਕਿ ਕਿਉਂ ਨਾ ਉਹਨੂੰ ਕੈਮਰੇ ਦੇ ਉੱਤੇ ਉਤਾਰਿਆ ਜਾਵੇ। ਮੇਰਾ ਸਾਥ ਬਲਕਾਰ ਸਿੰਘ ਸਿੱਧੂ ਜੀ ਨੇ, ਮਨਜੀਤ ਕੌਰ ਮੀਤ ਜੀ ਨੇ, ਕਾਫੀ ਮੇਰੇ ਜਿਹੜੇ ਮਿੱਤਰ ਸੀ ਉਹਨਾਂ ਨੇ ਸਾਥ ਦਿੱਤਾ ਤੇ ਮੈਂ ਜਿਹੜੀ ਨਸ਼ਾ ਫਿਲਮ ਬਣਾਈ ਵੀ ਇੱਕ ਜਿਹੜਾ ਨਸ਼ਾ ਵਾ ਉਹ ਇੱਕ ਨੌਜਵਾਨ ਨੂੰ, ਇੱਕ ਖੂਬਸੂਰਤ ਜਵਾਨ ਨੌਜਵਾਨ ਨੂੰ ਕਿੱਦਾਂ ਨਸ਼ੇ ਵੱਲ ਨੂੰ ਜਾਂਦਾ, ਨਸ਼ਾ ਕੀ ਬਰਬਾਦ ਕਰਦਾ ਤੇ ਕਿਸ ਤਰ੍ਹਾਂ ਘਰ ਬਰਬਾਦ ਹੁੰਦਾ। ਮੈਂ ਉਹ ਫਿਲਮ ਰਾਹੀਂ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਸਮਾਜ ਨੂੰ ਤੇ ਉਹ ਵੀ ਫਿਲਮ ਜਿਹੜੀ ਮੇਰੇ ਸਰੋਤਿਆਂ ਨੇ ਬਹੁਤ ਪਸੰਦ ਕੀਤੀ, ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ। ਤੇ ਹੁਣ ਅਗਲੀ ਫਿਲਮ ਮੇਰੀ ਨਸ਼ਾ 2 ਆ ਰਹੀ ਆ, ਸ਼ਾਇਦ 10 ਦਿਨਾਂ ਤੱਕ ਰਿਲੀਜ਼ ਹੋ ਚੁੱਕੀ। ਜੀ, ਬਹੁਤ ਤੁਹਾਨੂੰ ਅਗਾਊਂ ਮੁਬਾਰਕ। ਧੰਨਵਾਦ ਮਨਪ੍ਰੀਤ ਜੀ। ਤੁਸੀਂ ਕਿਹਾ ਕਿ ਤੁਸੀਂ ਉਹਦੇ ਚ ਅਦਾਕਾਰੀ ਵੀ ਖੁਦ ਕੀਤੀ ਹੈ। ਜੀ ਮਨਪ੍ਰੀਤ। ਇਹ ਅਦਾਕਾਰੀ ਦਾ ਕੀ ਤੁਹਾਡਾ ਐਕਸਪੀਰੀਅੰਸ ਰਿਹਾ? ਮਤਲਬ ਇਹਦੇ ਕੀ ਤੁਹਾਡੀਆਂ ਯਾਦਾਂ ਨੇ? ਜਿਸ ਤਰ੍ਹਾਂ ਅਸੀਂ ਗੱਲ ਕਰ ਰਹੇ ਸੀ ਕਿ ਤੁਸੀਂ ਗੁਰਸ਼ਰਨ ਭਾਜੀ ਹੋਰਾਂ ਨਾਲ ਵੀ ਗੱਲ ਕੀਤੀ। ਜੀ ਜੀ ਜੀ। ਤੇ ਅਸੀਂ ਚਾਹਾਂਗੇ ਕਿ ਤੁਸੀਂ ਗੁਰਸ਼ਰਨ ਭਾਜੀ ਨਾਲ ਤੁਹਾਡਾ ਕੰਮ ਦਾ ਕਿਸ ਤਰ੍ਹਾਂ ਦਾ ਤਜਰਬਾ ਸੀ, ਉਹ ਯਾਦਾਂ ਸਾਡੇ ਨਾਲ ਜ਼ਰੂਰ ਸ਼ੇਅਰ ਕਰੋ। ਮਨਪ੍ਰੀਤ, ਗੁਰਸ਼ਰਨ ਭਾਜੀ ਬਾਰੇ ਜੇ ਮੈਂ ਕੁਛ ਬੋਲ ਕੇ ਦੱਸਾਂ ਤੇ ਮੈਂ ਨਹੀਂ ਸਮਝਦਾ ਕਿ ਉਹ ਇਹੋ ਜਿਹੀ ਸ਼ਖਸੀਅਤ ਹੈ ਕਿ ਮੈਂ ਉਹਨਾਂ ਦੀ ਇਸ ਜ਼ੁਬਾਨ ਦੇ ਰਹੀਏ ਉਹਨਾਂ ਦੀ ਕੋਈ ਤਾਰੀਫ ਕਰ ਸਕਾਂ। ਜੇ ਉਹਨਾਂ ਨੂੰ ਕਹੀਏ ਤੇ ਉਹ ਸਾਡੇ ਇੱਕ ਗੋਲਡ ਸਟਾਰ ਸੀ। ਬਿਲਕੁਲ ਦਰੁਸਤ। ਤੇ ਜਦੋਂ ਅਸੀਂ ਛੋਟਾ ਸੀ, ਮੈਂ ਜਦੋਂ ਉਹਨਾਂ ਦੇ ਨਾਲ ਨਾਟਕ ਅਸੀਂ ਕਰਦੇ ਹੁੰਦੇ ਸੀ, ਪਿੰਡਾਂ ਵਿੱਚ ਨੁੱਕੜ ਨਾਟਕ ਜਾ ਕੇ ਕਰਨੇ ਤੇ ਪਿੰਡ ਦੀਆਂ ਸੱਥਾਂ ਦੇ ਵਿੱਚ ਜਾ ਕੇ ਅਸੀਂ ਉਹਨਾਂ ਨਾਲ ਕਰਨਾ ਤੇ ਤਿਆਰ ਹੋਣ ਲਈ ਵੀ ਕੋਈ ਜਗ੍ਹਾ ਨਹੀਂ ਹੋਣੀ ਤੇ ਮਾੜਾ ਜਿਹਾ ਹੀ ਖਲੋ ਕੇ ਉਹ ਤੱਪੜ ਇੱਕ ਲਾ ਕੇ ਉੱਥੇ ਚੇਂਜ ਕਰਕੇ ਡਹਿ ਪੈਣਾ। ਉਹ ਕੁਛ ਉਹ ਵੱਖਰਾ ਜਿਹਾ ਆਨੰਦ ਸੀ ਉਹਨਾਂ ਨਾਲ ਕੰਮ ਕਰਨ ਦਾ, ਬਹੁਤ ਐਕਸਪੀਰੀਅੰਸ ਉਹਨਾਂ ਦੇ, ਪਰ ਮੈਂ ਮੇਰੇ ਕੋਲ ਲਫ਼ਜ਼ ਨਹੀਂ ਕਿ ਉਹਨਾਂ ਬਾਰੇ ਮੈਂ ਕੁਛ ਤੁਹਾਨੂੰ ਦੱਸ ਪਾਵਾਂ। ਅੱਜ ਜੋ ਵੀ ਕੁਛ ਮੈਂ ਵਾਂ ਇਹ ਉਹਨਾਂ ਦੀ ਬਦੌਲਤ ਆ। ਜੀ, ਤੁਹਾਨੂੰ ਉਹਨਾਂ ਦਾ ਕੋਈ ਕੰਮ ਕਰਨ ਦਾ ਤਰੀਕਾ ਕੀ ਅਲੱਗ ਲੱਗਿਆ? ਕਿ ਤੁਸੀਂ ਬਹੁਤ ਸਾਰੇ ਹੋਰ ਨਾਟਕਰਮੀਆਂ ਨਾਲ ਕੰਮ ਕੀਤਾ ਹੋਣਾ, ਕਿ ਗੁਰਸ਼ਰਨ ਭਾਜੀ ਤੁਹਾਨੂੰ ਕੀ ਲੱਗਿਆ ਉਹਦਾ ਵੱਖਰਾਪਣ ਕੀ ਸੀ? ਉਹਨਾਂ ਦਾ ਵੱਖਰਾਪਣ ਇਹ ਸੀ ਜਦੋਂ ਵੀ ਉਹ ਸਟੇਜ ਦੇ ਉੱਤੇ ਆਪਣਾ ਕਿਰਦਾਰ ਕਰਦੇ ਸੀ ਜੀ ਤੇ ਕਦੀ ਵੀ ਇਹ ਮਹਿਸੂਸ ਨਹੀਂ ਹੁੰਦਾ ਵੀ ਉਹ ਸਟੇਜ ਦੇ ਉੱਤੇ ਕੋਈ ਕਿਰਦਾਰ ਕਰ ਰਹੇ ਆ। ਉਹ ਐਂ ਲੱਗਦਾ ਸੀ ਕਿ ਜਦੋਂ ਨੈਚੁਰਲੀ ਇੱਕ ਦੂਜੇ ਨਾਲ ਅਸੀਂ ਉਹ ਚੀਜ਼ਾਂ ਸਾਡੀ ਜ਼ਿੰਦਗੀ ਦੇ ਵਿੱਚ ਵਾਪਰ ਰਹੀਆਂ ਵਾ। ਜੀ, ਉਹ ਕਦੀ ਮਹਿਸੂਸ ਨਹੀਂ ਸੀ ਹੋਣ ਦਿੰਦੇ ਕਿ ਉਹ ਉਸ ਕਿਰਦਾਰ ਦੇ ਵਿੱਚ ਪੂਰਾ ਖੁੱਭ ਜਾਂਦੇ ਸੀ ਤੇ ਜਿਹੜੀ ਆਡੀਅנס ਆ ਉਹਨਾਂ ਨੂੰ ਇਸ ਤਰ੍ਹਾਂ ਲੱਗਦਾ ਸੀ ਕਿ ਜਿਹੜਾ ਇਹ ਕਿਰਦਾਰ ਦੇ ਵਿੱਚ ਬੰਦਾ ਖੁੱਭਿਆ ਪਿਆ ਨਾ, ਇਹ ਸ਼ਾਇਦ ਰਿਐਲਿਟੀ ਦੇ ਵਿੱਚ ਹੀ ਸਭ ਕੁਝ ਇਸ ਤਰ੍ਹਾਂ ਹੋ ਰਿਹਾ ਸਟੇਜ ਤੇ। ਜੀ, ਉਹ ਚੰਦ ਜਾਂ ਘੰਟੇ ਦਾ ਨਾਟਕ ਹੁੰਦਾ ਸੀ ਜਾਂ 1.5 ਘੰਟੇ ਦਾ ਨਾਟਕ ਹੁੰਦਾ ਸੀ, ਉਹ ਇਸ ਤਰ੍ਹਾਂ ਜੁੜ ਜਾਂਦੇ ਸੀ। ਹੁਣ ਮੈਂ ਤੁਹਾਨੂੰ ਉਦਾਹਰਨ ਦੇ ਸਕਦਾ, ਜਿੱਦਾਂ ਕੋਈ ਚੀਜ਼ ਫੈਵੀਕਵਿਕ ਨਾਲ ਜੋੜ ਦਈਦੀ ਆ, ਆਡੀਅנס ਇੱਦਾਂ ਜੁੜ ਜਾਂਦੀ ਸੀ
ਤੇ ਇਸ ਤਰ੍ਹਾਂ ਵੇਖਦੇ ਰਹਿੰਦੇ ਸੀ ਤੇ ਜਦੋਂ ਉਹ ਚੀਜ਼ ਖਤਮ ਹੋਣੀ ਤੇ ਮੈਨੂੰ ਇਹ ਹੁੰਦਾ ਸੀ ਕਿ ਹਰ ਇੱਕ ਦੀਆਂ ਅੱਖਾਂ ਜਿਹੜੀਆਂ ਨਮ ਹੋਈਆਂ ਹੁੰਦੀਆਂ ਸੀ ਤੇ ਉਹ ਮਹਿਸੂਸ ਹੁੰਦਾ ਕਿ ਵਾਕਈ ਗੁਰਸ਼ਰਨ ਭਾਜੀ ਨਾਲ ਲੋਕ ਬਹੁਤ ਪਿਆਰ ਕਰਦੇ ਸੀ, ਉਹਨਾਂ ਦੀ ਐਕਟਿੰਗ ਨਾਲ, ਉਹਨਾਂ ਦੇ ਕਿਰਦਾਰ ਨਾਲ ਬਹੁਤ ਪਿਆਰ ਸੀ। ਉਹ ਇੱਕ ਸਾਦੇ, ਬਹੁਤ ਸਾਦਾ ਜੀਵਨ ਉਹਨਾਂ ਨੇ ਜੀਆ, ਬਹੁਤ ਹੀ ਸਾਦਾ ਮਨਪ੍ਰੀਤ ਜੀ। ਜੀ ਜੀ, ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਉਹਨਾਂ ਨਾਲ ਕੰਮ ਕੀਤਾ ਤੇ ਹੁਣ ਤੁਸੀਂ ਲਗਾਤਾਰ ਅਦਾਕਾਰੀ 'ਚ ਕੰਮ ਕਰ ਰਹੇ ਹੋ। ਤੇ ਇਹ ਵੀ ਦੇਖਣ ਸੁਣਨ ਦੇ ਵਿੱਚ ਆਇਆ ਕਿ ਤੁਸੀਂ ਚੰਡੀਗੜ੍ਹ ਸ਼ਹਿਰ ਦੇ ਵਿੱਚ ਜਾਂ ਹੋਰ ਵੱਖ-ਵੱਖ ਸ਼ਹਿਰਾਂ ਦੇ ਵਿੱਚ ਨਾਟਕ ਵੀ ਕਰਵਾਉਂਦੇ ਹੋ, ਹੋਰ ਸਾਹਿਤਕ ਗਤੀਵਿਧੀਆਂ ਵੀ ਕਰਵਾ ਰਹੇ ਹੋ, ਕਵੀ ਦਰਬਾਰ ਵੀ ਕਰਵਾ ਰਹੇ ਹੋ। ਇਹ ਸਾਰੀਆਂ ਦੇ ਬਾਰੇ ਸਾਨੂੰ ਦੱਸੋ ਕਿ ਤੁਸੀਂ ਕਿਸ ਤਰੀਕੇ ਦਾ ਕੰਮ ਕਰ ਰਹੇ ਹੋ ਤੇ ਤੁਹਾਡੀ ਇੱਕ ਆਰਗੇਨਾਈਜੇਸ਼ਨ ਵੀ ਹੈ, ਉਹਦੇ ਬਾਰੇ ਵੀ ਅਸੀਂ ਜਾਣਨਾ ਚਾਹਾਂਗੇ। ਮਨਪ੍ਰੀਤ ਜੀ, ਮੇਰੀ ਇੱਕ ਸੰਸਥਾ PS ਆਰਟ ਐਂਡ ਕਲਚਰਲ ਸੁਸਾਇਟੀ ਜੀ, ਉਹਦੇ ਵਿੱਚ ਮੇਰੀ ਕੋਸ਼ਿਸ਼ ਹੁੰਦੀ ਕਿ ਮੈਂ ਹਰ ਮਹੀਨੇ ਕੋਈ ਨਾ ਕੋਈ ਨਾਟਕ ਜ਼ਰੂਰ ਕਰਾਵਾਂ। ਜਿੱਦਾਂ ਆਪਣੇ ਸ਼ਹੀਦ ਭਗਤ ਸਿੰਘ ਜੀ ਦਾ ਦਿਹਾੜਾ ਲੰਘ ਕੇ ਗਿਆ, ਉੱਧਰ ਵੀ ਮੈਂ ਟੈਗੋਰ ਦੇ ਵਿੱਚ ਉਹਨਾਂ ਦੀ ਗੁਰਸ਼ਰਨ ਭਾਈ ਦੀ ਯਾਦ ਵਿੱਚ ਕਰਾਇਆ ਪ੍ਰੋਗਰਾਮ ਜੀ। ਉਹ ਸੰਸਥਾ ਜਿਹੜੀ ਆ PS ਆਰਟ ਕਲਚਰ ਸੁਸਾਇਟੀ ਮਨਪ੍ਰੀਤ, ਉਹਦੇ ਅੰਦਰ ਅਸੀਂ ਕੋਈ ਵੀ ਕਲਚਰ ਐਕਟੀਵਿਟੀਜ਼ ਵੀ ਕਰਦੇ ਹਾਂ, ਪਲੱਸ ਸੋਸ਼ਲ ਵਰਕ ਵੀ ਕਰਦੇ ਹਾਂ ਜੀ। ਜਿੱਦਾਂ ਕੋਵਿਡ ਦੇ ਦਰਮਿਆਨ ਮਾਸਕ ਨਹੀਂ ਸੀ ਮਿਲਦੇ, ਅਸੀਂ ਮਾਸਕ ਦਾ ਕੰਮ ਵੀ ਕੀਤਾ। ਆਕਸੀਜਨ ਨਹੀਂ ਸੀ ਪ੍ਰੋਵਾਈਡ ਹੁੰਦੀ, ਆਕਸੀਜਨ ਪ੍ਰੋਵਾਈਡ ਕੀਤੀ ਜੀ। ਰੁੱਖ ਵੱਧ ਤੋਂ ਵੱਧ ਆਪਾਂ ਕਰਦੇ ਹਾਂ ਕਿ ਰੁੱਖਾਂ ਦਾ ਲੰਗਰ ਵੀ ਆਪਾਂ ਲਾ ਦਿੰਦੇ ਕਈ ਵਾਰੀ ਵੀ ਸਾਰੇ ਜਣੇ ਯਾਰ ਇੱਕ ਇੱਕ ਰੁੱਖ ਲਾਓ। ਕੈਂਸਰ ਪੀੜਤ ਜਿਹੜੇ ਹੈਗੇ ਹਸਪੀਟਲ ਦੇ ਅੰਦਰ, ਉਹਨਾਂ ਨੂੰ ਆਪਾਂ ਕਲੋਨਿੰਗ ਵੀ ਕਰਕੇ ਹਸਾਈਦਾ ਵੀ ਆ ਕਿ ਨਹੀਂ, ਜਿੰਨਾ ਵੀ ਤੁਹਾਡੇ ਕੋਲ ਜੀਵਨ ਹੈ ਜਾਂ ਪਰਮਾਤਮਾ ਨੇ ਦਿੱਤਾ, ਉਹ ਹੱਸ ਖੇਡ ਕੇ ਉਹਨੂੰ ਕਰੋ। ਪਪਟ ਵੀ ਕਰਦੇ ਆ, ਜਾਣੀ ਕਿ ਕਾਫੀ ਐਕਟੀਵਿਟੀਜ਼ ਆਪਾਂ ਇਸ ਸੰਸਥਾ ਦੇ ਰਾਹੀਂ ਸਮਾਜ ਨੂੰ ਸੇਧ ਦੇਣ ਵਾਲੀਆਂ ਕਰਦੇ ਰਹਿੰਦੇ ਮਨਪ੍ਰੀਤ ਜੀ। ਜੀ, ਤੇ ਇੱਕ ਤੁਸੀਂ ਇਹ ਚਰਚਾ ਅਸੀਂ ਕਰ ਰਹੇ ਸੀ ਕਿ ਪੰਜਾਬੀ ਭਾਸ਼ਾ ਦੇ ਤੁਹਾਨੂੰ ਉਹਨੂੰ ਪ੍ਰਫੁੱਲਤ ਕਰਨ ਦੇ ਵਿੱਚ ਵੀ ਤੁਸੀਂ ਆਪਣੀ ਭੂਮਿਕਾ ਨਿਭਾ ਰਹੇ ਹੋ। ਜਿਵੇਂ ਤੁਸੀਂ ਕਿਤਾਬ ਲਿਖ ਕੇ ਸਿੱਧੇ ਤੌਰ ਤੇ ਚਲੋ ਇਹ ਬਹੁਤ ਸੋਹਣਾ ਵਿਸ਼ਾ ਇੰਟਰੋਡਿਊਸ ਕਰਵਾਇਆ। ਇਸ ਤੋਂ ਇਲਾਵਾ ਤੁਹਾਡੀਆਂ ਕੀ ਗਤੀਵਿਧੀਆਂ ਨੇ ਕਿ ਤੁਸੀਂ ਪੰਜਾਬੀ ਭਾਸ਼ਾ ਨੂੰ ਉਹ ਚੰਡੀਗੜ੍ਹ ਦੇ ਵਿੱਚ, ਪੰਜਾਬ ਦੇ ਵਿੱਚ ਕਿ ਉਹਦਾ ਆਪਣਾ ਮਾਣ, ਉਹਦਾ ਰੁਤਬਾ ਹਾਸਿਲ ਹੋਵੇ, ਇਸ ਤਰ੍ਹਾਂ ਦੇ ਕਿਸ ਤਰ੍ਹਾਂ ਦੇ ਕੰਮ ਕਰ ਰਹੇ ਹੋ? ਮਨਪ੍ਰੀਤ, ਜਿਹੜੀ ਪੰਜਾਬੀ ਭਾਸ਼ਾ ਦੀ ਗੱਲ ਕਰਦੇ ਹਾਂ ਆਪਾਂ, ਮੈਂ ਮਨਪ੍ਰੀਤ ਕਿਸੇ ਵੀ ਭਾਸ਼ਾ ਦਾ ਵਿਰੋਧ ਨਹੀਂ ਕਰਦਾ, ਅੰਗਰੇਜ਼ੀ ਦਾ, ਹਿੰਦੀ ਦਾ, ਕਿਉਂਕਿ ਪਹਿਲੇ ਨੰਬਰ ਤੇ ਇਹਨਾਂ ਨੇ ਅੰਗਰੇਜ਼ੀ ਤੇ ਦੂਜੇ ਨੰਬਰ ਤੇ ਹਿੰਦੀ ਤੇ ਤੀਜੇ ਨੰਬਰ ਤੇ ਪੰਜਾਬੀ ਕੀਤੀ ਆ। ਪਰ ਸਾਨੂੰ ਆਪਣੇ ਹੱਕਾਂ ਬਾਰੇ ਤੇ ਲੜਨਾ ਚਾਹੀਦਾ ਤੇ ਲੜ ਰਹੇ ਹਾਂ ਜੀ। ਮਨਪ੍ਰੀਤ, ਕਈ ਵਾਰੀ ਮੈਂ ਸੋਚਦਾ ਕਿ ਸ਼ਾਇਦ ਸਾਡਾ ਹੀ ਕਸੂਰ ਆ ਕਿ ਇਹਨਾਂ ਨੇ ਜਿਹੜੀ ਅੰਗਰੇਜ਼ੀ ਨੂੰ ਇੱਕ ਨੰਬਰ ਤੇ ਲੈਣ ਦਾ, ਕਿਉਂਕਿ ਆਮ ਹੀ ਘਰਾਂ ਦੇ ਵਿੱਚ ਜਦੋਂ ਵੀ ਸਾਡੇ ਬੱਚਿਆਂ ਬਾਰੇ ਆਪਾਂ ਜ਼ਿਕਰ ਕਰਦੇ ਹਾਂ ਤੇ ਜੇ ਆਪਾਂ ਕਹਿ ਦਈਏ ਨਾ ਸਾਡਾ ਬੱਚਾ ਸਰਕਾਰੀ ਸਕੂਲੇ ਪੜ੍ਹਦਾ ਤੇ ਮਨਪ੍ਰੀਤ ਸਾਨੂੰ ਰਿਸ਼ਤੇਦਾਰਾਂ ਦੇ ਕੀ ਬਸ ਮਰ ਗਿਆ ਇੰਨੇ ਜੋਗਾ ਸੀ, ਉਹ ਸਟੇਟਸ ਸਿੰਬਲ ਬਣ ਚੁੱਕਿਆ। ਸਰਕਾਰੀ ਸਕੂਲ ਚ ਪਾਤਾ ਬੱਚਾ, ਫ੍ਰਾਂਸਿਸ ਪੜ੍ਹਦਾ ਜੀ, ਇੱਕ ਸਟੇਟਸ ਬਣ ਚੁੱਕਿਆ। ਤੇ ਡੇ ਬਾਈ ਡੇ ਅਸੀਂ ਪੰਜਾਬੀ ਮਾਂ ਬੋਲੀ ਦਾ ਗਲ ਘੁੱਟ ਰਹੇ ਹਾਂ। ਉਹ ਵੀ ਬਹੁਤ ਜ਼ੋਰ ਮਾਰ ਰਹੇ ਆ ਕਿ ਜਿਹੜੀ ਪੰਜਾਬੀ ਮਾਂ ਬੋਲੀ ਦਾ ਨਾਅਰਾ ਮਾਰ ਰਹੇ ਆ ਕਿ ਨਹੀਂ ਜਾਗੋ, ਸਾਨੂੰ ਜਾਗਣਾ ਪੈਣਾ, ਨਹੀਂ ਤੇ ਇੱਕ ਦਿਨ ਸਾਡੇ ਬੱਚਿਆਂ ਦੇ ਸਾਨੂੰ ਜੇ ਅਸੀਂ ਕਿਤੇ ਘਰ ਅਖੰਡ ਪਾਠ ਵੀ ਧਰਾਉਣਾ ਹੋਇਆ ਨਾ ਤੇ ਸਾਨੂੰ ਪਾਠੀ ਨਹੀਂ ਲੱਭਣੇ ਪੰਜਾਬੀ ਪੜ੍ਹਨ ਲਈ। ਇੱਕ ਦਿਨ ਇਸ ਤਰ੍ਹਾਂ ਦਾ ਸਮਾਂ ਆ ਜਾਣਾ। ਤੇ ਮੈਨੂੰ ਮਨਪ੍ਰੀਤ ਬਾਹਰ ਜਾਣ ਦਾ ਮੌਕਾ ਮਿਲਦਾ ਰਹਿੰਦਾ। ਮੈਂ ਆਸਟ੍ਰੇਲੀਆ ਸੀ ਤੇ ਮੈਂ ਕਿਸੇ ਦੇ ਘਰ ਗਿਆ ਤੇ ਉਹ ਆਂਦਾ, ਦੇਖੋ बेटे अंकल आए हुए हैं, अंकल से मिलो जी। अरे तू क्या कर रहा है, अपनी नोजी साफ कर। ਤੇ ਮੈਂ ਕਿਹਾ ਭਾਜੀ ਆਪਾਂ ਪੰਜਾਬੀ ਪਰਿਵਾਰ ਆ ਤੇ ਭਾਜੀ ਜੀ ਆਪਾਂ ਇਹੋ ਗੱਲ ਆਂਦੇ ਬੱਚੇ ਨੂੰ, ਯਾਰ ਜਾ ਤੇਰਾ ਨੱਕ ਵਗਣ ਡਿਆ, ਪਹਿਲਾਂ ਨੱਕ ਸਾਫ਼ ਕਰਕੇ ਆ। ਤੇ ਭਾਜੀ ਇਹ ਚ ਕੋਈ ਦੂਜੀ ਗੱਲ ਨਹੀਂ ਸੀ। ਉਹ ਨਹੀਂ ਵੀਰ ਜੀ ਇਹ ਨਾ ਅੱਛਾ ਨਹੀਂ ਲੱਗਦਾ। ਮੈਨੂੰ ਸੋਚ ਆਈ ਕਿ ਯਾਰ ਅਸੀਂ ਅੱਜ ਆਪਣੀ ਮਾਂ ਬੋਲੀ ਬੋਲਣ ਦੇ ਉੱਤੇ ਵੀ ਸ਼ਰਮ ਮਹਿਸੂਸ ਕਰਦੇ ਆ ਤੇ ਲੋਕ ਆਂਦੇ ਤੇ ਗਵਾਰ ਇਹਨੂੰ ਤੇ ਅੰਗਰੇਜ਼ੀ ਨਹੀਂ ਆਉਂਦੀ। ਮਨਪ੍ਰੀਤ ਜੀ ਬੜੇ ਕਿੱਸੇ ਇਦਾਂ ਦੇ ਹੈਗੇ ਆ ਕਿ ਰੀਸੈਂਟਲੀ ਮੈਂ ਲੰਡਨ ਸੀ ਜੀ, ਮੇਰੀ ਇੱਕ ਵਰਕਸ਼ਾਪ ਸੀ, ਕਲੋਨਿੰਗ ਵਰਕਸ਼ਾਪ। ਹਾਂਜੀ, ਮੈਂ ਉਹਦੀ ਅਗਵਾਈ ਕਰ ਰਿਹਾ ਸੀ। ਪਹਿਲਾਂ ਤੇ ਪੰਜਾਬੀ ਗਾਣੇ ਤੇ ਭੰਗੜਿਆ ਪਾਇਆ, ਨਾਲ ਮੈਨੂੰ ਵੀ ਨਚਾਇਆ ਜੀ। ਉਹ ਆਂਦੇ ਆਈ ਲਾਈਕ ਪੰਜਾਬੀ ਬੀਟ। ਮੈਂ ਕਿਹਾ ਜੀ ਚਲੋ ਕੋਈ ਗੱਲ ਨਹੀਂ, ਲਾਇਆ। ਉਹ ਮੈਨੂੰ ਆਂਦੇ ਵੀ ਜੋ ਤੂੰ ਸਾਨੂੰ ਦੱਸਣਾ ਉਹ ਪੰਜਾਬੀ ਵਿੱਚ ਸਪੀਚ ਕਰ। ਪਹਿਲਾਂ ਤੇ ਮੈਂ ਸੋਚਿਆ ਵੀ ਹੋ ਗਈ, ਇਹਨਾਂ ਨੂੰ ਕੀ ਸਮਝ ਆਉਣੀ ਮੇਰੀ ਪੰਜਾਬੀ ਦੀ। ਹਾਂਜੀ, ਉਹ ਆਂਦੇ ਸਾਨੂੰ ਵਧੀਆ ਲੱਗਦਾ ਤੁਹਾਡੀ ਜਿਹੜੀ ਆ ਪੂਰੇ ਵਰਲਡ ਦੇ ਵਿੱਚ ਪੰਜਾਬੀ ਛਾਏ ਹੋਏ ਆ, ਪੰਜਾਬੀ ਮਿਊਜ਼ਿਕ ਛਾਇਆ ਆ ਤੇ ਸਾਨੂੰ ਵਧੀਆ ਲੱਗਦਾ, ਤੂੰ ਪੰਜਾਬੀ ਚ ਆਪਣੇ ਬਾਰੇ ਕੁਝ ਦੱਸ। ਤੇ ਮੈਂ ਪੰਜਾਬੀ ਦੱਸਿਆ, ਉਹਨਾਂ ਨੇ ਰਿਕਾਰਡ ਕੀਤਾ, ਉਹ ਟ੍ਰਾਂਸਲੇਸ਼ਨ ਗੂਗਲ ਤੇ ਕਰਦੇ ਹੋਣਗੇ। ਪਰ ਇਹ ਗੱਲ ਆਣ ਕੇ ਮੇਰੀ ਭੈਣ ਵੱਡੀ ਲੰਡਨ ਚ ਰਹਿੰਦੀ, ਮੈਂ ਗੱਲ ਕੀਤੀ ਆਪਣੀ ਭੈਣ ਬਾਰੇ ਕਿ ਭੈਣ
ਉਹਨਾਂ ਨੂੰ ਪਤਾ ਨਹੀਂ ਆ, ਪਰ ਉਹ ਫਿਰ ਵੀ ਆਂਦੇ ਤੂੰ ਆਪਣੀ ਮਾਂ ਆਪਣੀ ਬੋਲੀ ਮਾਤ ਚ ਬੋਲ। ਭਾਸ਼ਾ ਚ ਬੋਲ। ਤੇ ਮੈਂ ਕਿਹਾ ਜਿਹੜੇ ਸਾਡੇ ਲੋਕ ਲੰਡਨ ਚ ਬੈਠੇ ਆ, ਉਹ ਕਿਤੇ 2 ਜਾਣੇ ਪਰਿਵਾਰ ਚ ਆਪਸ ਬਹਿ ਜਾਣ ਨਾ, ਤੇ ਉਹ ਸ਼ਰਮ ਮਹਿਸੂਸ ਕਰਦੇ ਆ ਕਿ ਅਸੀਂ ਪੰਜਾਬੀ 'ਚ ਗੱਲ ਨਹੀਂ ਕਰਨੀ, ਅਸੀਂ ਅੰਗਰੇਜ਼ੀ 'ਚ ਗੱਲ ਕਰੀਏ, ਸਾਡਾ ਸਟੈਂਡਰਡ ਡਾਊਨ ਹੋ ਜਾਣਾ। ਮੈਂ ਜ਼ਿਆਦਾ ਦੂਰ ਕੀ ਜਾਂਦਾ, ਮੇਰੇ ਖੁਦ ਮੇਰੀ ਭੈਣ ਲੰਡਨ 'ਚ ਨੇ ਦੀ, ਉਹਦੇ ਬੱਚੇ ਨਹੀਂ ਪੰਜਾਬੀ ਬੋਲਦੇ ਜੀ। ਤੇ ਕਿਤੇ ਨਾ ਕਿਤੇ ਤੇ ਸਾਡਾ ਆਪਣਾ ਕਸੂਰ ਜ਼ਰੂਰ ਹੈਗਾ, ਅਸੀਂ ਕਿਸੇ ਨੂੰ ਦੋਸ਼ ਨਹੀਂ ਦੇ ਸਕਦੇ, ਸਾਡਾ ਆਪਣਾ ਕਸੂਰ ਵੀ ਹੈਗਾ। ਜਿਵੇਂ ਤੁਸੀਂ ਬਹੁਤ ਸਾਰੇ ਨੌਜਵਾਨਾਂ ਨੂੰ ਮਿਲਦੇ ਹੋਗੇ, ਜੀ। ਉਹ ਇੱਧਰ ਵੀ ਤੇ ਉੱਧਰ ਵੀ, ਉਹਨਾਂ ਦਾ ਕਿਹੋ ਜਿਹਾ ਰਵੱਈਆ ਹੈ ਪੰਜਾਬੀ ਭਾਸ਼ਾ ਲਈ? ਉਹ ਮਤਲਬ ਬੋਲਣਾ ਚਾਹੁੰਦੇ ਨੇ ਜਾਂ ਉਹਨਾਂ ਦਾ ਕਿਹੋ ਜਿਹਾ ਰਵੱਈਆ ਹੈ, ਉਹ ਸਾਡੇ ਨਾਲ ਸਾਂਝਾ ਕਰੋ। ਪੰਜਾਬੀ ਜੇ ਆਪਾਂ ਕੋਈ ਬਾਹਰ ਦੀ ਗੱਲ ਜਾਂ ਆਪਣੇ ਦੇਸ਼ ਦੀ ਗੱਲ ਮਨਪ੍ਰੀਤ ਲੈ ਲਈਏ, ਹਾਂਜੀ, ਤੇ ਬਾਹਰ ਗੁਰਦੁਆਰਿਆਂ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਬਹੁਤ ਕੀਪ ਕਰਕੇ ਰੱਖਿਆ ਹੋਇਆ ਜੀ। ਪੰਜਾਬੀ ਸਕੂਲ ਵੀ ਆ, ਪੰਜਾਬੀ ਕਲਾਸਾਂ ਵੀ ਲਾਉਂਦੇ ਆ, ਪੰਜਾਬੀ 'ਚ ਗੱਲਬਾਤ ਕਰਨ ਨੂੰ ਪ੍ਰੇਰਿਤ ਵੀ ਕਰਦੇ ਆ, ਲੰਗਰ ਵੀ ਲੱਗਦੇ ਆ। ਮੈਂ ਤੁਹਾਨੂੰ ਇੱਕ ਛੋਟਾ ਜਿਹਾ ਵਾਕਿਆ ਸੁਣਾਉਣਾ ਚਾਹੂੰਗਾ ਕਿ ਮੈਂ ਹੈਵ ਅ ਲੁੱਕ ਗੁਰਦੁਆਰਾ ਲੰਡਨ ਦੇ ਵਿੱਚ, ਤੇ ਮੈਂ ਉੱਥੇ ਜਦੋਂ ਗਿਆ ਤੇ ਛੋਟਾ ਜਿਹਾ ਬੱਚਾ ਇੱਕ, ਉਹਨੇ ਨਾ ਜੂੜਾ ਨਿੱਕਾ ਜਿਹਾ ਕੀਤਾ ਜਿੱਦਾਂ ਸਾਡੇ ਮਾਵਾਂ ਸਾਡੀਆਂ ਕਰਦੀਆਂ ਹੁੰਦੀਆਂ, ਤੇ ਉਹ ਕਰੋਸ਼ੀਏ ਦੇ ਨਾਲ ਮਨਪ੍ਰੀਤ ਉਹ ਰੁਮਾਲ ਬੁਣਿਆ ਹੋਇਆ। ਅੱਛਾ। ਤੇ ਮੈਂ ਉਹਨੂੰ ਆਵਾਜ਼ ਮਾਰ ਲਈ, ਮੈਂ ਕਿਹਾ ਇੱਧਰ ਆ। ਉਹ ਆਂਦਾ ਅੰਕਲ ਜੀ ਆਉਣਾ। ਮੈਂ ਕਿਹਾ ਤੂੰ ਮੈਨੂੰ ਕਿਹਾ ਅੰਕਲ ਜੀ ਆਉਣਾ, ਤੇ ਯਾਰ ਮੈਂ ਹੋਰ ਕਿਸੇ ਨੂੰ ਜਦੋਂ ਕਿਤੇ ਆਵਾਜ਼, ਮੈਂ ਅੱਗੇ ਵੀ 2 ਨਿਆਣਿਆਂ ਨੂੰ ਆਵਾਜ਼, ਓਕੇ ਆਈ ਕਮਿੰਗ ਅੰਕਲ। ਉਹ ਆਂਦਾ ਮੇਰੀ ਮਾਂ ਆਂਦੀ ਆ ਵੀ ਜਦੋਂ ਵੀ ਤੂੰ ਗੁਰੂ ਘਰ ਜਾਣਾ ਵਾ ਤੇ ਉੱਥੇ ਜਾ ਕੇ ਪੰਜਾਬੀ 'ਚ ਗੱਲ ਕਰਨੀ। ਮੈਂ ਕਿਹਾ ਤੈਨੂੰ ਕੰਨੇ ਰੁਮਾਲ ਬਣਾ ਕੇ ਦਿੱਤਾ? ਆਂਦਾ ਮੇਰੀ ਦਾਦੀ ਮੰਮਾ ਨੇ ਜੀ। ਤੇ ਮੈਨੂੰ ਬਹੁਤ ਵਧੀਆ ਲੱਗਾ ਜਦੋਂ ਦੀ ਮੈਂ ਦਾਦੀ ਮਾਂ ਨੂੰ ਮਿਲਿਆ, ਤੇ ਉਹ ਆਂਦੀ ਭਾਜੀ ਅਸੀਂ ਤੇ ਕੋਸ਼ਿਸ਼ ਕਰਦੇ ਹਾਂ ਕਿ ਬੱਚੇ ਸਾਡੇ ਘਰ ਵੀ ਪੰਜਾਬੀ 'ਚ ਗੱਲ ਕਰਨ ਤੇ ਗੁਰੂ ਘਰ ਆਣ ਕੇ ਵੀ ਪੰਜਾਬੀ 'ਚ ਗੱਲ ਕਰਨ। ਜੀ ਜੀ। ਤੇ ਮੈਂ ਜਦੋਂ ਚੰਡੀਗੜ੍ਹ ਦੀ ਆਪਾਂ ਗੱਲ ਕਰ ਲਈਏ ਜਾਂ ਕਿਸੇ ਵੀ ਸ਼ਹਿਰ ਦੀ, ਆਪਾਂ ਪਟਿਆਲੇ ਦੀ ਜਾਂ ਅੰਮ੍ਰਿਤਸਰ ਦੀ ਗੱਲ ਕਰ ਲਈਏ, ਤੇ ਮੈਂ ਕਿਸੇ ਵੀ ਦਫ਼ਤਰ ਦੇ ਵਿੱਚ ਗੱਲ ਕਰਦਾ, ਜਾਂ ਤੇ ਉਹਨਾਂ ਨੇ ਹਿੰਦੀ 'ਚ ਕਰਨੀ ਆ ਤੇ ਜਾਂ ਅੰਗਰੇਜ਼ੀ 'ਚ, ਆਪਣਾ ਸਿਰਫ ਰੁਤਬਾ ਵਿਖਾਉਣ ਲਈ ਕਿ ਮੈਂ ਵੈਲ ਐਜੂਕੇਟਡ ਹਾਂ। ਜੀ ਜੀ ਜੀ। ਬਹੁਤ ਸੋਹਣੀ ਗੱਲ ਹੈ ਕਿ ਤੁਸੀਂ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਇੰਨੇ ਯਤਨ ਕਰ ਰਹੇ ਹੋ। ਜੀ। ਪ੍ਰਵੀਨ ਸੰਧੂ ਜੀ, ਮੈਂ ਤੁਹਾਡੇ ਬਾਰੇ ਜਦੋਂ ਪੜ੍ਹ ਰਹੀ ਸੀ ਤਾਂ ਇੱਕ ਇਹ ਵੀ ਗੱਲ ਮੈਨੂੰ ਬਹੁਤ ਹੀ ਦਿਲਚਸਪ ਗੱਲ ਲੱਗੀ, ਜਿਸ ਤਰ੍ਹਾਂ ਹੁਣ ਅਸੀਂ ਭਾਸ਼ਾ ਦੀ ਵੀ ਗੱਲ ਕਰਦੇ ਹਾਂ ਕਿ ਅਸੀਂ ਬਾਹਰ ਵਾਲੀਆਂ ਚੀਜ਼ਾਂ ਵੱਲ ਬਹੁਤ ਛੇਤੀ ਆਕਰਸ਼ਿਤ ਹੋ ਜਾਂਦੇ ਹਾਂ ਤੇ ਆਪਣੀ ਜਿਹੜੇ ਦੇਸੀ ਢੰਗ ਤਰੀਕੇ ਨੇ ਉਹਨਾਂ ਨੂੰ ਭੁੱਲਦੇ ਜਾਂਦੇ ਆ। ਇਸ ਤਰੀਕੇ ਨਾਲ ਜਦੋਂ ਕਿ ਬਿਮਾਰੀਆਂ ਦਾ ਇਲਾਜ ਕਰਨ ਦੀ ਗੱਲ ਆ, ਤਾਂ ਉਹਦੇ ਵਿੱਚ ਵੀ ਜਿਹੜੀ ਸਾਡੀ ਕੁਦਰਤੀ ਤੌਰ ਤਰੀਕੇ ਨੇ ਉਹ ਮੈਨੂੰ ਲੱਗਦਾ ਕਿ ਅਸੀਂ ਇੱਕ ਪਾਸੇ ਛੱਡ ਦਿੱਤੇ, ਪਰ ਤੁਸੀਂ ਕੁਦਰਤੀ ਤੌਰ ਤਰੀਕਿਆਂ ਨਾਲ ਬਹੁਤ ਸਾਰੇ ਬਿਮਾਰੀਆਂ ਦਾ ਇਲਾਜ ਕਰਦੇ ਹੋ, ਉਹਨਾਂ ਦੇ ਬਾਰੇ ਸਾਨੂੰ ਦੱਸੋ। ਮਨਪ੍ਰੀਤ, ਜੇ ਕੁਦਰਤੀ ਤੌਰ ਤਰੀਕੇ ਦੀ ਗੱਲ ਕਰੀਏ ਤੇ ਮੈਂ ਡਿਸਕ ਦਾ ਇਲਾਜ ਕਰਦਾ ਜੀ, ਤੇ ਪ੍ਰਮਾਤਮਾ ਨੇ ਉਹ ਇੰਨੀ ਕੁ ਦਇਆ ਮਿਹਰ ਬਖਸ਼ੀ ਸੱਚੇ ਪਾਤਸ਼ਾਹ ਨੇ ਕਿ, ਤੇ ਮੈਂ ਬਿਲਕੁਲ ਸੇਵਾ ਕਰਦਾ ਵਾਂ, ਕੁਛ ਨਹੀਂ ਆਪਾਂ ਲੈਂਦੇ, ਤੇ ਕੋਸ਼ਿਸ਼ ਆ ਕਿ ਆਪਾਂ ਉਹਨੂੰ ਚਲਾ ਦੇਈਦਾ ਹਰ ਇੱਕ ਨੂੰ। ਪਰ ਕਈ ਵਾਰੀ ਮੈਂ ਬਲੀਵ ਆਪਾਂ ਕਰਦੇ ਹਾਂ ਵੀ ਡਾਕਟਰੀ ਲਾਈਨ ਜਿਹੜੀ ਆ ਉਹ ਡਾਕਟਰ ਰੱਬ ਦਾ ਦੂਜਾ ਰੂਪ ਆ ਜੀ, ਪਰ ਜੇ ਕੁਦਰਤੀ ਤੌਰ ਤਰੀਕਿਆਂ ਨਾਲ ਵੇਖੀਏ ਜਾਈਏ ਤੇ ਉਹ ਉਹਨਾਂ ਦਾ ਇੱਕ ਅਲੱਗ ਪਹਿਲੂ ਆ। ਜੀ ਜੀ। ਤੁਹਾਡਾ ਇਲਾਜ ਕਰਨ ਦਾ ਤਰੀਕਾ ਕੀ ਹੈ, ਵਿਧੀ ਕੀ ਹੈ ਤੁਹਾਡਾ? ਵਿਧੀ ਮੈਮ, ਮੈਨੂੰ ਜਿਹੜੇ ਵਿਧੀ ਦੀ ਗੱਲ ਇਹ ਆ ਵੀ ਉਹਨੂੰ ਆਪਾਂ ਅਕੂਪ੍ਰੈਸ਼ਰ ਵੀ ਕਹਿ ਦਿੰਦੇ ਆ ਜੀ। ਤੇ ਮੇਰੇ ਹੱਥਾਂ ਨਾਲ 10-12 ਸਾਲ ਹੋ ਗਏ ਮੈਨੂੰ ਇਹ ਕੰਮ ਕਰਦਿਆਂ ਨੂੰ, ਤੇ ਮੈਂ ਉਹ ਮੇਰੇ ਜਿਹੜੇ ਹੱਥ ਉਹ ਵੀ ਦੱਸ ਦਿੰਦੇ ਆ ਇਹ ਕਰਕੇ, ਮਣ ਕੇ ਚੈੱਕ ਕਰਕੇ ਵੀ ਕਿੱਥੇ ਕਿਹੜੀ ਵਾਈਨ ਜਿਹੜੀ ਦੱਬੀ ਗਈ ਆ, ਕਿਹੜਾ ਮਣਕਾ ਇੱਥੋਂ ਨਿਕਲ ਚੁੱਕਿਆ ਵਾ, ਇਹਨੂੰ ਕਿੱਦਾਂ ਪਾਉਣਾ ਵਾ, ਤੇ ਇਹ ਕਿੱਥੋਂ ਤੱਕ ਪੈਰਾਂ ਤੱਕ ਅਸਰ ਕਰ ਰਿਹਾ ਵਾ, ਜਾਂ ਇਹ ਗਰਦਨ ਤੱਕ ਕਰ ਰਿਹਾ ਵਾ, ਜਾਂ ਸਾਡੇ ਧੜ ਨੂੰ ਥੱਲੇ ਦੱਬ ਰਿਹਾ ਵਾ, ਤੇ ਉਹਨੂੰ ਕਿੱਦਾਂ ਕੱਢਣਾ। ਜੀ। ਇਹਦੇ ਬਾਰੇ ਕਈ ਵਾਰੀ ਆਮ ਹੀ ਡਾਕਟਰਾਂ ਦੇ ਨਾਲ ਜਦੋਂ ਆਪਾਂ ਗੱਲਬਾਤ ਕਰਦੇ ਹਾਂ ਤਾਂ ਉਹ ਆਂਦੇ ਨਹੀਂ ਯਾਰ ਇਹਦਾ ਤੇ ਆਪਰੇਸ਼ਨ ਆ, ਤੇ ਕਈ ਵਾਰੀ ਮੈਂ ਕਹਿ ਦਿੰਦਾ ਨਹੀਂ ਯਾਰ ਇੱਕ ਮੌਕਾ ਮੈਨੂੰ ਜ਼ਰੂਰ ਦਿਓ ਇਹਦਾ ਆਪਰੇਸ਼ਨ ਕਰਨ ਤੋਂ ਪਹਿਲਾਂ। ਤੇ ਉਹ ਪ੍ਰਮਾਤਮਾ ਨੇ ਦਇਆ ਮਿਹਰ ਕੀਤੀ, ਔਰ ਜਿੰਨੇ ਵੀ ਇਹਨੂੰ ਆਪਾਂ ਹੱਥ ਪਾਇਆ ਸਾਰੇ ਠੀਕ ਹੁਣ ਤੱਕ ਹੋਏ ਆ। ਜੀ ਜੀ। ਇਹ ਬਹੁਤ ਸੋਹਣੀ ਗੱਲ ਹੈ ਕਿ ਤੁਸੀਂ ਵੱਖ-ਵੱਖ ਤਰ੍ਹਾਂ ਨਾਲ ਸਮਾਜ ਦੀ ਸੇਵਾ ਕਰਦੇ ਹੋ, ਰੋਗੀਆਂ ਦੀ ਸੇਵਾ ਕਰਦੇ ਹੋ। ਜੀ, ਤੁਹਾਡੇ ਨਾਲ ਅੱਜ ਗੱਲਾਂ ਕਰਕੇ ਬਹੁਤ ਵਧੀਆ ਲੱਗਿਆ। ਸਟੂਡੀਓ 'ਚ ਆਉਣ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ। ਧੰਨਵਾਦ। ਧੰਨਵਾਦ।